ਬਰਮਿੰਘਮ ਸਟੂਡੀਓ ਦੇ ਵਿੱਚ ਸਿੱਖ ਚੈਨਲ ਦੇ ਰਾਹੀਂ ਆਪ ਜੀ ਦੇ ਹਜ਼ੂਰ ਪ੍ਰੋਗਰਾਮ ਲੈ ਕੇ ਦਾਸ ਰਘਬੀਰ ਸਿੰਘ ਅਤੇ ਨਾਲ ਹੀ ਮੇਰੇ ਗੈਸਟ ਹਨ ਭਾਈ ਕੁਲਦੀਪ ਸਿੰਘ ਜੀ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅਤੇ ਨਾਲ ਮੇਰੇ ਵੀਰ ਭਾਈ ਮਲਕੀਤ ਸਿੰਘ ਜੀ ਗਿੱਲ ਜੋ ਸਿੱਖ ਚੈਨਲ ਦੇ ਅਣਥੱਕ ਸੇਵਾਦਾਰ ਦਾਨੀ ਜਦੋਂ ਵੀ ਸੇਵਾ ਦੀ ਲੋੜ ਹੁੰਦੀ ਹੈ ਡਟ ਕੇ ਸੇਵਾ ਕਰਦੇ ਹਨ। ਇਹਨਾਂ ਨੂੰ ਮੈਂ ਆਪਣੇ ਸਟੂਡੀਓ ਦੇ ਵਿੱਚ ਜੀ ਆਇਆਂ ਕਹਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਨੰਦ ਕਾਰਜ ਐਕਟ ਦੇ ਸੰਬੰਧ ਦੇ ਵਿੱਚ ਆਪ ਉਹਦੇ ਪਿਛੋਕੜ ਬਾਰੇ ਅਤੇ ਹੋਰ ਜੋ ਸਿੱਖਾਂ ਨੇ ਜਿਵੇਂ ਪੰਜਾਬੀ ਸੂਬੇ ਲਈ ਪੰਜਾਬੀ ਬੋਲੀ ਲਈ ਸੰਘਰਸ਼ ਕੀਤਾ ਉਹਦੇ ਵਿਸਤਾਰ ਦੇ ਨਾਲ ਸਰਵਣ ਕਰ ਚੁੱਕੇ ਹੋ। ਅਸੀਂ ਉਹ ਗੱਲਾਂ ਦੁਆਰਾ ਨਹੀਂ ਦੁਹਰਾਵਾਂਗੇ ਕਿਉਂਕਿ ਅਸੀਂ ਸਿੱਧੇ ਹੀ ਇਸ ਗੱਲ ਵੱਲ ਆਵਾਂਗੇ ਕਿ ਇਹ ਜੋ ਆਨੰਦ ਕਾਰਜ ਐਕਟ ਹੈ ਇਹ ਕੀ ਹੈ ਤੇ ਕਿਉਂ ਇਹਦਾ ਬਣਨਾ ਜ਼ਰੂਰੀ ਹੈ। ਇਹਦੇ ਸੰਬੰਧ ਦੇ ਵਿੱਚ ਵੀ ਤੁਸੀਂ ਆਪਣੇ ਵੱਖ-ਵੱਖ ਗੈਸਟਾਂ ਦੇ ਕੋਲੋਂ ਪਰ ਆਪਣੇ ਸਿੱਖ ਪੰਥ ਦੀਆਂ ਸ਼ਖਸੀਅਤਾਂ ਦੇ ਕੋਲੋਂ ਸੁਣ ਚੁੱਕੇ ਹੋ ਅਤੇ ਅਖਬਾਰਾਂ ਦੇ ਵਿੱਚ ਪੜ੍ਹ ਚੁੱਕੇ ਹੋ। ਸੋ ਅੱਜ ਅਸੀਂ ਇਹ ਗੱਲ ਕਰਨੀ ਚਾਹੁੰਦੇ ਹਾਂ ਕਿ ਜੋ ਕੈਬਨਿਟ ਨੇ ਪਾਸ ਕੀਤਾ ਹੈ ਕਿ ਉਹ ਜਿਹੜਾ ਪਾਰਲੀਮੈਂਟ ਵੀ ਉਹਨੂੰ ਪਾਸ ਕਰੇਗਾ ਜਾਂ ਉਸ ਤੋਂ ਬਾਅਦ ਕੀ ਸਿੱਖਾਂ ਦੇ ਮੂਹਰੇ ਪਰੋਸ ਕੇ ਰੱਖਿਆ ਜਾਵੇਗਾ। ਸਿੱਖਾਂ ਨੂੰ ਇੱਕ ਖਦਸ਼ਾ ਹੈ, ਇੱਕ ਸ਼ੱਕ ਹੈ ਤੇ ਇੱਕ ਇਹ ਵਹਿਮ ਆ ਕਿ ਜਿਵੇਂ ਹਿੰਦੁਸਤਾਨ ਦੀ ਸਰਕਾਰ ਹਮੇਸ਼ਾ ਹੀ ਸਿੱਖਾਂ ਨਾਲ ਵਿਤਕਰਾ ਕਰਦੀ ਆਈ ਹੈ ਤੇ ਜਦੋਂ ਵੀ ਕੋਈ ਕਾਨੂੰਨ ਜਾਂ ਜਿਵੇਂ ਪੰਜਾਬੀ ਸੂਬੇ ਦੀ ਗੱਲ ਕੀਤੀ ਹੈ ਉਹ ਲੰਗੜਾ ਜਿਹਾ ਬਣਾ ਕੇ ਦਿੱਤਾ। ਇੱਦਾਂ ਹੀ ਤਾਂ ਕਿਤੇ ਆਨੰਦ ਕਾਰਜ ਐਕਟ ਇਹੋ ਗੱਲ ਤਾਂ ਨਹੀਂ ਹੋਵੇਗੀ ਕਿ ਸਾਨੂੰ ਅੱਜ ਕਿਹਾ ਤਾਂ ਜਾਂਦਾ ਹੈ ਕਿ ਸਿੱਖਾਂ ਦਾ ਵੱਖਰਾ ਆਨੰਦ ਕਾਰਜ ਐਕਟ ਅਸੀਂ ਵੀ ਚਾਹੁੰਦੇ ਵੱਖਰਾ ਬਣੇ, ਬਹੁਤ ਵਧੀਆ ਗੱਲ ਹੈ। ਕਿਤੇ ਇਹ ਤਾਂ ਨਾ ਹੋਵੇ ਕਿ ਸਾਡੇ ਨਾਲ ਇਹ ਵੀ ਇੱਕ ਧੋਖਾ ਹੀ ਹੋਵੇ। ਬਣੇ ਜ਼ਰੂਰ ਲੇਕਿਨ ਇਹਨੂੰ ਲਪੇਟ ਕੇ ਹਿੰਦੂ ਮੈਰਿਜ ਐਕਟ ਦੇ ਵਿੱਚ ਹੀ ਦਿੱਤਾ ਜਾਵੇ। ਸੋ ਇਹਦੇ ਸੰਬੰਧ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਭਾਈ ਕੁਲਦੀਪ ਸਿੰਘ ਜੀ ਜੋ ਇੰਟਰਨੈਸ਼ਨਲ ਪੰਥਕ ਦਲ ਦੇ ਅਣਥੱਕ ਸੇਵਾਦਾਰ ਅਤੇ ਜਿਨ੍ਹਾਂ ਨੇ ਸਰਚ ਹਰ ਇੱਕ ਚੀਜ਼ ਤੇ ਬੁੱਕਾਂ ਵੀ ਬਹੁਤ ਪੜ੍ਹੀਆਂ ਹਨ ਤੇ ਇਹਨਾਂ ਵੱਲ ਚੱਲਾਂਗੇ ਕਿ ਤੁਸੀਂ ਆਨੰਦ ਕਾਰਜ ਐਕਟ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲ ਜੇ ਅਸੀਂ ਹਿਸਟਰੀ ਦੇਖੀਏ ਜਿੱਦਾਂ ਹੁਣ ਪਹਿਲੋਂ ਗੁਰੂ ਨਾਨਕ ਦੇਵ ਜੀ ਆਏ ਸੀ ਇੰਡੀਆ ਸੀਗੇ ਗੁਲਾਮ 1000 ਸਾਲ ਲਈ ਤੇ ਗੁਰੂ ਨਾਨਕ ਦੇਵ ਜੀ ਨੇ ਉਹ ਸੰਘਰਸ਼ ਸ਼ੁਰੂ ਕੀਤਾ ਇੰਡੀਆ ਨੂੰ ਆਜ਼ਾਦ ਕਰਨ ਨੂੰ ਤੇ ਫਿਰ ਜਿੱਦਾਂ ਅਖੀਰ ਤੇ ਜੇ ਦੇਖਿਆ ਜਾਵੇ ਗੁਰੂ ਗੋਬਿੰਦ ਸਿੰਘ ਤੇ ਖਾਲਸਾ ਨੇ ਕਹਿ ਸਕਦੇ ਉਹਨਾਂ ਨੇ ਇੰਡੀਆ ਨੂੰ ਆਜ਼ਾਦ ਕੀਤਾ ਸੀ ਕਰਕੇ ਜਿੱਥੇ ਉਹ ਇਲਾਕਾ ਸੀ ਜਿੱਥੋਂ ਸਾਰੇ ਬਾਹਰ ਆਉਂਦੇ ਸੀ ਇੰਡੀਆ ਨੂੰ ਅਟੈਕ ਕਰਦੇ ਸੀ ਜ਼ੁਲਮ ਦੇ ਵਿਰੁੱਧ। ਹਾਂਜੀ ਮਤਲਬ ਸਾਨੂੰ ਸਿਖਾ ਲਿਆ ਵੀ ਕਿਵੇਂ ਲੜਨਾ। ਹਾਂਜੀ ਉਹਦਾ ਜੇ ਅਸੀਂ ਇਹਦੀ ਹਿਸਟਰੀ ਦੇਖੀਏ ਜਿੱਦਾਂ ਹੁਣ ਪਹਿਲੋਂ ਸੀਗਾ ਸਾਡੇ ਕੋਲੇ ਆਨੰਦ ਕਾਰਜ ਐਕਟ ਸੀਗਾ ਉਹਨਾਂ ਨੇ ਸਾਨੂੰ ਜਿੱਦਾਂ ਸਾਨੂੰ ਮਨਜ਼ੂਰ ਸੀ ਜਿੱਦਾਂ 1909 ਦੇ ਵਿੱਚ ਸਾਨੂੰ ਦਿੱਤਾ ਸੀ। ਹਾਂਜੀ ਤੇ ਉਸ ਤੋਂ ਬਾਅਦ ਜਿੱਦਾਂ ਆਰਜਾ ਸਮਾਜ ਇੱਦਾਂ ਦੇ ਉਹਨਾਂ ਨੂੰ ਚੰਗਾ ਨਹੀਂ ਲੱਗਿਆ। ਉਹ ਕਹਿੰਦੇ ਤੁਸੀਂ ਸਿੱਖ ਇੱਕ ਵੱਖਰੀ ਕੌਮ ਨਹੀਂ, ਤੁਸੀਂ ਹਿੰਦੂ ਦੇ ਪਾਰਟ ਐਂਡ ਪਾਰਸਲ ਹੀ ਆ। ਫਿਰ ਉਹਨਾਂ ਨੇ ਜਿੱਦਾਂ ਵਿਰੋਧ ਕੀਤਾ ਵੀ ਇਹਨਾਂ ਨੂੰ ਆਹ ਐਕਟ ਕਿਉਂ ਮਿਲੀ ਆ, ਇਹਨਾਂ ਨੂੰ ਆਹ ਰੈਕਗਨੀਸ਼ਨ ਕਿਉਂ ਮਿਲਿਆ ਆ। ਤੇ ਫਿਰ ਉਸ ਤੋਂ ਬਾਅਦ ਜਦੋਂ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ 1947 ਦੇ ਵਿੱਚ ਪਹਿਲਾਂ ਵੀ ਹਾਂਜੀ ਉਸ ਤੋਂ ਪਹਿਲੋਂ ਵੀ ਜਦੋਂ ਇੰਡੀਆ ਨੂੰ ਇੰਡੀਪੈਂਡੈਂਸ ਮਿਲੀ ਆਜ਼ਾਦੀ ਮਿਲੀ 1947 ਵਿੱਚ ਇੰਡੀਅਨ ਗਵਰਨਮੈਂਟ ਨੇ ਆਪਣੀ ਕੌਨਸਟੀਟਿਊਸ਼ਨ ਇੱਕ ਬਣਾਈ ਸੀ। ਤੇ ਜਿਹੜੀ ਉਹ ਕੌਨਸਟੀਟਿਊਸ਼ਨ ਉਹਨਾਂ ਨੇ ਬਣਾਈ ਸੀ ਉਹਨਾਂ ਦੇ ਉਹਦੇ ਵਿੱਚ ਹੀ ਲਿਖਿਆ ਸੀ ਬਈ ਇਹਦੇ ਵਿੱਚ ਹਰ ਵਿਅਕਤੀ ਨੂੰ ਇਕੁਆਲਿਟੀ ਜਸਟਿਸ ਤੇ ਲਿਬਰਟੀ ਮਿਲੂਗੀ। ਉਹੀ ਕੌਨਸਟੀਟਿਊਸ਼ਨ ਦੇ ਵਿੱਚ ਹੀ ਤੇ ਉਹੀ ਸਾਹ ਨਾਲ ਉਹਨਾਂ ਨੇ ਕਹਿ ਦਿੱਤਾ ਬਈ ਜਦੋਂ ਅਸੀਂ ਹੁਣ ਹਿੰਦੂ ਦਾ ਲਫ਼ਜ਼ ਅਸੀਂ ਯੂਜ਼ ਕਰਦੇ ਨਾ ਇਸ ਕੌਨਸਟੀਟਿਊਸ਼ਨ ਦੇ ਵਿੱਚ ਅਸੀਂ ਸਿੱਖਾਂ ਨੂੰ ਵੀ ਉਹਦੇ ਵਿੱਚ ਪਾ ਦੇਣਾ ਆ, ਜੈਨਸ ਨੂੰ ਵੀ ਉਹਦੇ ਵਿੱਚ ਪਾ ਦੇਣਾ ਤੇ ਬੁੱਧਿਸਟ ਨੂੰ ਵੀ ਉਹਦੇ ਵਿੱਚ ਪਾ ਦੇਣਾ। ਪਹਿਲੋਂ ਕਹਿੰਦੇ ਤੁਹਾਨੂੰ ਇਕੁਆਲਿਟੀ ਤੇ ਜਸਟਿਸ ਮਿਲਣੀ ਆ ਤੇ ਫਿਰ ਉਹੀ ਕੌਨਸਟੀਟਿਊਸ਼ਨ ਦੇ ਵਿੱਚ ਹੀ ਤੁਹਾਨੂੰ ਗੁਲਾਮ ਬਣਾ ਦਿੰਦੇ ਆ ਬਈ ਉਹ ਕਹਿੰਦੇ ਅਸੀਂ ਤਾਂ ਤੁਹਾਨੂੰ ਪਛਾਣਦੇ ਵੀ ਨਹੀਂ, ਅਸੀਂ ਤਾਂ ਤੁਹਾਡਾ ਨਾਂ ਵੀ ਨਹੀਂ ਲੈਣਾ ਇਸ ਕੌਨਸਟੀਟਿਊਸ਼ਨ ਦੇ ਵਿੱਚ। ਤੇ ਫਿਰ ਜੇ ਦੇਖਿਆ ਜਾਵੇ ਜੇ ਉਹ ਕੌਨਸਟੀਟਿਊਸ਼ਨ ਉਹ ਬਣਾਉਂਦੇ ਵੀ ਆ ਜਿੱਦਾਂ ਹੁਣ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਹੈ ਨਾ ਜੇ ਤੁਸੀਂ ਕੋਈ ਜਿੱਦਾਂ ਹੱਕ ਦੇ ਕੋਈ ਹਰਾਮ ਜਿੱਦਾਂ ਸਹੀ ਤਰੀਕੇ ਨਾਲ ਜੇ ਤੁਸੀਂ
ਕੁਝ ਖਾਂਦੇ ਆ ਤੇ ਤੁਸੀਂ ਸਹੀ ਤਰੀਕੇ ਨਾਲ ਉਹ ਜਿੱਦਾਂ ਤੁਸੀਂ ਕੰਮ ਨਹੀਂ ਕੀਤਾ, ਓਨੈਸਟ ਵਰਕ ਨਹੀਂ ਕੀਤੀ, ਹਾਂਜੀ, ਇਹ ਉਹਦੇ ਨਾਲ ਬਰਾਬਰ ਆ ਬਈ ਤੁਸੀਂ ਹਿੰਦੂ ਨੂੰ ਬੀਫ ਦਿੰਦੇ ਆ ਤੇ ਮੁਸਲਮਾਨ ਨੂੰ ਤੁਸੀਂ ਪੋਰਕ ਦਿੰਦੇ ਆ। ਮੈਂ ਉਦਾਂ ਹੀ ਗੱਲ ਕਰਦਾ ਵੀ ਗੁਰੂ ਨਾਨਕ ਦੇਵ ਜੀ ਨੇ ਵੀ ਉਹਨਾਂ ਦੇ ਧਰਮ ਨੂੰ ਪਛਾਣ ਲਿਆ ਸੀ ਵੀ ਅਸੀਂ ਕਿਤੇ ਹਿੰਦੂ ਨੂੰ ਅਸੀਂ ਬੀਫ ਨਹੀਂ ਖਵਾਓਗੇ ਜਾਂ ਮੁਸਲਮਾਨ ਨੂੰ ਅਸੀਂ ਪੋਰਕ ਨਹੀਂ ਖਵਾਓਗੇ, ਵੀ ਉਹਨਾਂ ਨੇ ਰੈਕਗਨਾਈਜ਼ ਕਰ ਲਿਆ ਸੀ, ਹਾਂਜੀ ਬਈ ਵੱਖਰੀ ਕੌਮ ਆ। ਬਟ ਜਦੋਂ ਇਹਨਾਂ ਨੇ ਆਹ ਬਣਾਈ ਹੈ ਕਨਸਟੀਟਿਊਸ਼ਨ, ਇਹਨਾਂ ਨੇ ਸਾਨੂੰ ਤੇ ਇਸ ਤੋਂ ਵੀ ਬਾਅਦ ਜੇ ਤੁਸੀਂ ਦੇਖਿਆ ਜਾਵੇ ਪਾਕਿਸਤਾਨ ਦੇ ਵਿੱਚ ਆਨੰਦ ਕਾਰਜ ਐਕਟ ਹੈਗੀ ਆ, ਉਹਨਾਂ ਨੇ ਬਣਾਈ ਆ, ਲਾਗੂ ਕਰਤਾ, ਹਾਂਜੀ ਲਾਗੂ ਕਰ ਦਿੱਤਾ। ਉੱਦਾਂ ਫਿਰ ਇੰਡੀਆ 'ਚ ਕਾਹਤੋਂ ਨਹੀਂ ਬਣੀ ਹਜੇ ਵੀ, ਹਾਂਜੀ। ਸੋ ਇਟਸ ਮੈਨੂੰ ਤਾਂ ਲੱਗਦਾ ਜਿੱਦਾਂ ਇੱਕ ਜਿੱਦਾਂ ਇਹ ਗੱਲ ਬੰਦ ਨਹੀਂ, ਇੱਕ ਪਾਸੇ ਕਹਿੰਦੇ ਸਾਰੇ ਸਿਟੀਜ਼ਨਸ ਲਈ ਜਸਟਿਸ, ਇਕੁਆਲਿਟੀ, ਲਿਬਰਟੀ ਹੋਊਗੀ। ਕੁਲਦੀਪ ਸਿੰਘ ਤੁਹਾਡੇ ਨਾਲ ਬਾਅਦ ਚ ਆਵਾਂਗਾ, ਤੁਸੀਂ ਥੋੜਾ ਜਿਹਾ ਮੈਂ ਚਾਹੂੰਗਾ ਵੀ ਅੰਗਰੇਜ਼ੀ ਦੇ ਵਿੱਚ ਵੀ ਪੂਰਾ ਦੱਸਿਆ। ਭਾਈ ਮਲਕੀਤ ਸਿੰਘ ਜੀ ਗਿੱਲ ਸਾਹਿਬ, ਜਿੱਦਾਂ ਤੁਸੀਂ ਪੜ੍ਹਦੇ ਸੁਣਦੇ ਜਾਂ ਟੈਲੀਵਿਜ਼ਨ ਤੇ ਦੇਖਦੇ ਆ, ਤੁਹਾਡੇ ਹਿਸਾਬ ਨਾਲ ਜਿਹੜਾ ਆਨੰਦ ਕਾਰਜ ਐਕਟ ਆ ਇਹ ਕਿਹੋ ਜਿਹਾ ਹੋਣਾ ਚਾਹੀਦਾ? ਸਾਡੇ ਹਿਸਾਬ ਨਾਲ ਦੇਖੋ ਜੀ, ਇਹ ਬਣਨਾ ਚਾਹੀਦਾ ਸਿੱਖ ਮੈਰਿਜ ਐਕਟ। ਠੀਕ ਹੈ, ਕਿਉਂਕਿ ਸਾਨੂੰ ਹਿੰਦੂ ਮੈਰਿਜ ਐਕਟ ਦੇ ਅਧੀਨ ਨਹੀਂ ਆਉਣਾ ਚਾਹੀਦਾ, ਕਿਉਂਕਿ ਆਪਣੇ ਸਿੱਖ ਧਰਮ ਵਿੱਚ ਵੀ ਮੁੰਡੇ ਸਾਰਿਆਂ ਦੇ ਇੱਕੋ ਹੀ ਹੱਕ ਆ, ਪ੍ਰਾਪਰਟੀ 'ਚ ਇੱਕੋ ਜਿਹਾ ਹਿੱਸਾ ਹੈ। ਠੀਕ ਹੈ। ਜਿਹੜਾ ਹਿੰਦੂ ਐਕਟ ਆ ਮੈਰਿਜ ਐਕਟ, ਉਹਦੇ ਵਿੱਚ ਮੁੰਡੇ ਨੂੰ ਜ਼ਿਆਦਾ ਹੱਕ ਜਾਂਦਾ, ਕੁੜੀ ਨੂੰ ਘੱਟ ਜਾਂਦਾ। ਇਸ ਕਰਕੇ ਫਿਰ ਉੱਥੇ ਡਿਸਕ੍ਰਿਮੀਨੇਸ਼ਨ ਹੁੰਦੀ ਆ। ਤੇ ਮੈਂ ਚਾਹੁੰਦਾ ਕਿ ਸਿੱਖ ਮੈਰਿਜ ਐਕਟ, ਸਾਡਾ ਧਰਮ ਵੱਖਰਾ ਹੈ ਨਾ, ਧਰਮ ਵੱਖਰਾ, ਹਾਂਜੀ ਸਾਡਾ, ਤੇ ਸਾਡਾ ਵੱਖਰਾ ਐਕਟ ਬਣਨਾ ਚਾਹੀਦਾ। ਹਾਂਜੀ ਕੁਲਦੀਪ ਸਿੰਘ ਜੀ, ਆਪਾਂ ਦੁਆਰਾ ਤੁਹਾਡੇ ਵੱਲ ਆਉਂਦੇ ਕਿ ਜਿਵੇਂ ਤੁਸੀਂ ਥੋੜਾ ਡਿਟੇਲ ਦੇ ਵਿੱਚ ਬੇਸ਼ੱਕ ਅੰਗਰੇਜ਼ੀ ਚ ਬੋਲਣਾ ਚਾਹੁੰਦੇ ਬੋਲ ਸਕਦੇ ਤੁਸੀਂ, ਮਤਲਬ ਅੰਗਰੇਜ਼ੀ ਦੇ ਵਿੱਚ ਐਕਸਪਲੇਨ ਕਰ ਦਿਓ। Okay then, well if I'm going to explain in English, I'll start just again because we've had two programs before and they've been in Punjabi and this one's in Punjabi and there's people who can speak Punjabi much better than me, so I'll let those people do that, like Uncle Ji. But to explain to the viewers, when under British rule, the Sikhs even back in 1909 wanted a separate marriage act, the Anand Karaj Act, and this is the Anand Karaj that our gurus set for us. You know, I mean, you have the lava that are set by Guru Ram Das Ji, you know, and the Anand Karaj is actually the ceremony, the marriage ceremony. So this is about putting our gurus first and not somebody else's constitution. So in 1909, the British gave us the Anand Karaj Act. However, due to organisations like the Arya Samaj, which were sort of like fascist organisations, they really campaigned to try and get the Sikhs to be viewed as a sect of another religion, and that religion happened to be the religion that they were part of, the Hindu religion. And this was really two reasons. One, because they wanted us to fall under their constitution, under their laws that they set, and not under our constitution, Sri Guru Granth Sahib Ji Maharaj, the laws given to us by our Guru. And also it was because they, the Arya Samaj and the priestly class of the time, who were non-Sikhs, were losing a lot of their clientele because it was a very lucrative business. So they were losing all the money that was given to them for the marriage ceremonies because we were following our Guruji's marriage ceremony. So what happened was, after 1909, in 1947, as everyone will tell you, so I'm not going to go into too much detail, but Sikhs, being only 1 or 2% of the population, gave 85% of the sacrifices to get that country free, i.e. India, in 1947. Not only that, I mean, if anybody British was watching, they actually gave the highest percentage sacrifices in the First and Second World War. That's one of the reasons why India was given freedom, because Winston Churchill recognised the sacrifice made by Sikhs for the British at the time. So it was just to say that the Sikhs all round gave sacrifices for everybody else's freedom. And unfortunately, our leaders at the time weren't far thinking ahead, and they did get hoodwinked, they did get conned, and basically they went part of India, but they were conned because of lies, because when they went with India, the Indian government of the time, the Indian leaders asking for India as a separate nation, said, we will make sure we look after your rights, your human rights, justice and equality and liberty, all that will be there if you come with us. And when they set the Indian constitution in 1950,
which said every citizen will have justice, equality, liberty. And this is talking about fundamental political rights and democratic principles. They actually undid what the British had already given us in 1909. So they totally ignored that there was an Anand Marriage Act, and they said that the Sikh Marriage Act would come under Hindu Marriage Act. So if there's two Sikhs getting married, as everyone knows, you still have to write in India that it's a Hindu marriage. So it's a bit like they're saying you can't accept that your gurus gave you a separate ceremony for your wedding, for your marriage. You have to accept what we in a government say is your marriage act. So they did that. And it's just to say that now there's a possibility that they've sort of said they might pass it in Parliament, pass it through Parliament, that they're going to give us back that Anand Marriage Act and recognise us as a people. Because there's no, you know, if you're not even recognised as a people, because all through the Indian Constitution, it says from the very beginning, from now on, when we refer to Hindus, Sikhs, Buddhists and Jains will be included in that word Hindus. So how can they possibly look out for the needs of the Sikhs in that constitution if they can't even use the word Sikh? How is anybody going to differentiate when they're looking for the needs of the Sikh? I mean, even Guru Nanak Dev Ji said, you know, if you have food from dishonest earnings, it's like giving a Hindu beef or a Muslim pork. So he recognised two separate religions, separate from his own religion, the Sikh religion, which he gave to us. But they've not paid that favour back. So it's just to say that they're not recognising it, but they're going to pass this act, and we're all a bit apprehensive that this act is going to be exactly like the acts that were passed through in 1947, where everything was promised, but it actually turned out to be worse because we trusted them and believed them, and when the act was actually passed, we lost so much. Like the Punjabi Subha, it was supposed to be a bigger area, and it was reduced so much, and even in the process, thousands of Sikhs were arrested, some were killed. Always Sikhs have to struggle for their language, their culture, their land. It's always been the case, and we're worried that the Indian government aren't going to move forward and actually break that pattern of, you know, doing us out of something and then we distrust them. We're saying, you know, make this something that you can distrust. But finally, in Pakistan, which was the land that the Sikhs supposedly did not go with, they went with India. In Pakistan, they've actually got the Anand Marriage Act. They actually recognise the Sikhs and the ceremony. So it's really ironic that the very nation we went in, put our lot in with, on the promise that Sikhs would be given equality and recognised their culture, their religion, the language, would be recognised on all levels. It was even on economic, their agriculture, they would have independence. I think it was only communication and currency and I think national security. But otherwise, the Sikhs were promised absolute autonomy. Even though all that's not been given to us in India, in Pakistan, the Anand Marriage Act, where we didn't say we wanted to go with them, they recognise it. So I'm just wondering, why is it there? And more importantly, we've got something that Pakistan have got in force already that India could adopt. So there can't be any excuses for them adopting a lesser Anand Marriage Act that gives us lesser rights than what's in Pakistan. There's no excuse whatsoever. So that's what this program's about, and that's what we're discussing. Yeah, ਜਿੱਦਾਂ ਤੁਸੀਂ ਦੱਸਿਆ ਵੀ ਹਾਂ ਇਹ ਕਿਉਂ ਜ਼ਰੂਰੀ ਆ ਤੇ ਕੀ ਸਾਡੇ ਨਾਲ ਹੋਇਆ ਇਹ ਹੋਰ ਜਿਹੜੀ ਜਿੱਦਾਂ ਘੱਟ ਗਿਣਤੀ ਆ ਜਿੱਦਾਂ ਪਾਰਸੀ ਆ ਕ੍ਰਿਸਚੀਅਨ ਆ ਇਹ ਵੀ ਇੰਡੀਆ ਦੇ ਵਿੱਚ ਇਹਨਾਂ ਲਈ ਵੀ ਵੱਖਰਾ ਕਾਨੂੰਨ ਬਣਿਆ ਹੋਇਆ ਜਾਂ ਕਿੱਦਾਂ ਨਹੀਂ ਜੀ ਜਿਹੜੇ ਜਿੱਦਾਂ ਇੰਡੀਆ ਦੇ ਵਿੱਚ ਜੇ ਤੁਸੀਂ ਮੁਸਲਮਾਨ ਆ ਜੂਇਸ਼ ਆ ਜਾਂ ਕ੍ਰਿਸਚੀਅਨ ਆ ਉਹ ਤੁਹਾਨੂੰ ਪਛਾਣਦੇ ਆ ਉੱਤੇ ਉਹਨਾਂ ਦਾ ਹੈਗਾ ਆ ਉਹਨਾਂ ਦੇ ਸੈਪਰੇਟ ਐਕਟ ਹੈ ਜੇ ਤੁਸੀਂ ਸਿੱਖ ਆ ਉਹਨਾਂ ਦਾ ਹੈ ਨਹੀਂਗਾ ਫਿਰ ਇਹ ਇੱਥੇ ਇਕੁਐਲਿਟੀ ਕਿੱਦਾਂ ਹੋ ਸਕਦੀ ਹੈ ਹਾਂ ਇਹਦੇ ਲਈ ਹੁਣ ਜਿੱਦਾਂ ਆਪਾਂ ਨੂੰ ਪਤਾ ਕਿ ਜਿਹਨੇ ਪਾਰਲੀਮੈਂਟ ਮੈਂਬਰ ਆ ਜਿੱਦਾਂ ਸਰਦਾਰ ਤਰਲੋਚਨ ਸਿੰਘ ਦਾ ਨਾਂ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸੰਤ ਸਮਾਜ ਦਮਦਮੀ ਟਕਸਾਲ ਇੱਥੋਂ ਤੱਕ ਕਿ ਹਰ ਜਥੇਬੰਦੀ ਨੇ ਇਹਦੇ 'ਚ ਜਿੱਦਾਂ ਮਤਲਬ ਯੋਗਦਾਨ ਪਾਇਆ ਤੇ ਇਹ ਲਈ ਗੱਲ ਕਰ ਰਹੇ ਆ ਤੁਹਾਨੂੰ ਕੀ ਲੱਗਦਾ ਕਿ ਇਹ ਹਿੰਦੁਸਤਾਨ ਦੀ ਸਰਕਾਰ ਕਿਹੋ ਜਿਹਾ ਕਾਨੂੰਨ ਪਾਸ ਕਰੂਗੀ ਵੈਲ ਜੇ ਅਸੀਂ ਹਿਸਟਰੀ ਵਾਲੀ ਦੇਖੀਏ ਨਾ ਜਿੱਦਾਂ ਹੁਣ ਮੈਂ ਕਿਹਾ ਜੇ 1947 ਵਾਲੀ ਦੇਖੀਏ ਜਿੰਨਾ ਕੁਛ ਇਹਨਾਂ ਨੇ ਸਾਨੂੰ ਜਿੰਨੇ ਵਾਅਦੇ ਕੀਤੇ ਸੀ ਹਾਂਜੀ ਤੇ ਜਿੰਨੇ ਤੋਰੇ ਸੀ ਫਿਰ ਤਾਂ ਮੈਨੂੰ ਯਕੀਨ ਨਹੀਂ ਠੀਕ ਹੈ ਉਹਦਾ ਇੱਕ ਚੀਜ਼ ਮੈਂ ਅੱਜ ਸੁਣੀ ਸੀ ਜਿਹੜੀ ਬਹੁਤ ਵਧੀਆ ਚੀਜ਼ ਸੀ ਜਿੱਦਾਂ 10-7 ਸਾਲ ਪਹਿਲਾਂ ਅਸੀਂ ਇੱਕ ਟਰਮ ਯੂਜ਼ ਕਰਦੇ ਹੁੰਦੇ ਸੀ ਨਾ ਗਲੋਬਲ ਵਿਲੇਜ ਬਈ ਇੰਟਰਨੈਟ ਰਾਹੀਂ ਤੇ ਮੀਡੀਆ ਰਾਹੀਂ ਨਾ ਐਦਾਂ ਬਣ ਗਿਆ ਜਿੱਦਾਂ ਸਾਰੀ ਦੁਨੀਆ ਇੱਕ ਪਿੰਡ ਹੀ ਬਣ ਗਈ ਠੀਕ ਹੈ
ਤੇ ਹੁਣ ਜਿਹੜੀ ਵੀ ਕੋਈ ਵੀ ਸਰਕਾਰ ਆ ਨਾ ਉਹ ਕੋਈ ਜਿੱਦਾਂ ਨਾ ਜ਼ੁਲਮ ਨਹੀਂ ਕਰ ਸਕਦੇ ਕੋਈ ਕੌਮ ਤੇ ਕਰਕੇ ਸਾਰੀ ਦੁਨੀਆ ਦੇਖਦੀ ਆ। ਫਿਰ ਹੁਣ ਚੀਜ਼ਾਂ ਬਦਲ ਗਿਆ ਤੇ ਫਿਰ ਸਾਨੂੰ ਹੁਣ ਮੀਡੀਆ ਯੂਜ਼ ਕਰਨਾ ਪੈਣਾ ਤੇ ਨਾਲੇ ਸਾਨੂੰ ਆ ਚੀਜ਼ ਮੋਨੀਟਰ ਕਰਨੀ ਪਊਗੀ। ਸਾਨੂੰ ਦੇਖਣਾ ਪਊਗਾ ਬਈ ਕੀ ਹੋ ਰਿਹਾ। ਐਦਾਂ ਨਹੀਂ ਬਈ ਅਸੀਂ ਸੁੱਤੇ ਪਏ ਰਹੇ, ਉਹਨਾਂ ਨੇ ਐਕਟ ਪਾਸ ਕਰ ਲਈ ਤੇ ਜਿਹੜੇ ਉਹਨਾਂ ਨੇ ਕਾਨੂੰਨ ਬਣਾਇਆ ਉਹ ਸਾਨੂੰ ਮਨਜ਼ੂਰ ਨਹੀਂ, ਕਿਸੇ ਨੇ ਦੇਖਿਆ ਨਹੀਂ, ਕਿਸੇ ਨੂੰ ਪਤਾ ਨਹੀਂ ਸੀ। ਫਿਰ ਇੱਕ ਚੀਜ਼ ਮੇਰੇ ਖਿਆਲ ਸਹੀ ਆ ਬਈ ਸਾਨੂੰ ਡਿਸਟਰਸਟਫੁਲ ਤਾਂ ਹੋਣਾ ਚਾਹੀਦਾ, ਸਾਨੂੰ ਯਕੀਨ ਹਜੇ ਰੱਖਣਾ ਨਹੀਂ ਚਾਹੀਦਾ। ਉੱਦਾਂ ਇੰਡੀਆ ਨੂੰ ਚਾਂਸ ਵੀ ਦੇਣਾ ਚਾਹੀਦਾ ਬਈ ਜੇ ਤੁਸੀਂ ਆ ਨਵਾਂ ਚੈਪਟਰ ਆ, ਤੁਸੀਂ ਇੱਕ ਨਵੀਂ ਲਹਿਰ ਸ਼ੁਰੂ ਕਰਨ ਲੱਗੇ ਆ ਜਿੱਥੇ ਤੁਸੀਂ ਸਾਡੇ ਨਾਲ ਧੋਖਾ ਨਹੀਂ ਕਰੋਗੇ, ਜਿੱਥੇ ਤੁਸੀਂ ਸਾਡੇ ਨਾਲ ਜਿੱਦਾਂ ਸੱਚੇ ਰਹੋਗੇ, ਤੁਸੀਂ ਸਾਨੂੰ ਦਿਖਾਓ ਇਹਦੇ ਨਾਲ ਤੇ ਫਿਰ ਅਸੀਂ ਗਾਹ ਵੀ ਤੁਰ ਸਕਦੇ ਨਾ ਕਰਕੇ। ਇਹ ਇੰਡੀਆ ਲਈ ਇੱਕ ਚੰਗੀ ਚੀਜ਼ ਹੋਊਗੀ ਕਰਕੇ। ਸਾਰੇ ਕਹਿੰਦੇ ਜੇ ਤੁਸੀਂ ਇੰਡੀਆ ਦੇ ਵਿੱਚ ਹਨਾ ਸ਼ਾਂਤੀ ਲੈਣੀ ਆ, ਸਾਰੇ ਕੌਮਾਂ ਨੂੰ ਜਿਹੜਾ ਉਹਨਾਂ ਦੇ ਹੱਕ ਆ ਉਹ ਦੇਣੇ ਚਾਹੀਦੇ ਤੇ ਬਰਾਬਰਤਾ ਵੀ ਦੇਣੀ ਚਾਹੀਦੀ ਹੈ। ਜੇ ਤੁਸੀਂ ਇੱਕ ਕੌਮ ਨੂੰ ਹੱਕ ਨਹੀਂ ਦਿੰਦੇ ਜਾਂ ਬਰਾਬਰਤਾ ਨਹੀਂ ਦਿੰਦੇ ਫਿਰ ਉੱਥੇ ਸ਼ਾਂਤੀ ਕਿੱਦਾਂ ਹੋ ਸਕਦੀ ਹੈ। ਜਿਵੇਂ ਤੁਹਾਨੂੰ ਪਤਾ ਜਿਹੜਾ ਸਿੱਖ ਚੈਨਲ ਆ, ਹਾਂਜੀ, ਇਹਨੇ ਕੋਈ ਵੀ ਜਿਹੜਾ ਕਰੰਟ ਮਸਲਾ ਜਾਂ ਕੋਈ ਵੀ ਇਸ਼ੂ ਆ ਉਹਨੂੰ ਮਤਲਬ ਸਿੱਖਾਂ ਦੇ ਸਾਹਮਣੇ ਲਿਆਂਦਾ। ਹਾਂਜੀ, ਇੱਦਾਂ ਹੀ ਆਨੰਦ ਕਾਰਜ ਐਕਟ ਉਦੋਂ ਪਹਿਲਾਂ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜਿੰਦਾ ਸ਼ਹੀਦ ਜਿਨ੍ਹਾਂ ਨੂੰ ਅਕਾਲ ਤਖਤ ਵੱਲੋਂ ਦਿੱਤਾ ਗਿਆ ਖਿਤਾਬ, ਉਹਨਾਂ ਦਾ ਮਸਲਾ ਹੁਣ ਤਾਜੀ ਜਿਹੜੀ ਘਟਨਾ ਮਤਲਬ ਘਟਨਾ ਨਹੀਂ, ਉਹਨੂੰ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਪਾਸ ਕੀਤਾ 1984 ਸਿੱਖ ਮੈਮੋਰੀਅਲ ਜਿਹੜੀ ਉੱਥੇ ਯਾਦਗਾਰ ਬਣਨੀ ਆ, ਉਹਦੇ ਲਈ ਵੀ ਆਉਣ ਵਾਲੇ ਸਮੇਂ 'ਚ ਪ੍ਰੋਗਰਾਮ ਦਿੱਤੇ ਜਾਣਗੇ। ਤੇ ਇਹ ਚੀਜ਼ਾਂ ਜਿੱਦਾਂ ਮਤਲਬ ਮੀਡੀਆ ਨੇ ਜਿੱਦਾਂ ਦੁਨੀਆ ਨੂੰ ਇੱਕਦਮ ਦੱਸ ਦਿੱਤੀਆਂ ਤੇ ਹੁਣ ਤੁਸੀਂ ਇਹਦਾ ਜਿਹੜਾ ਸਿੱਖ ਚੈਨਲ ਵੱਲੋਂ ਜਿੱਦਾਂ ਉਪਰਾਲੇ ਕੀਤੇ ਜਾ ਰਹੇ, ਤੁਸੀਂ ਪ੍ਰੋਗਰਾਮ ਵੀ ਦੇਖਿਆ ਪੰਜਾਬ ਮਤਲਬ ਲੰਡਨ ਤੋਂ, ਦਿੱਲੀ ਤੋਂ ਤੇ ਇੱਥੇ ਬਰਮਿੰਘਮ ਤੋਂ, ਉਦੋਂ ਬਾਅਦ ਆਪਾਂ ਹੋਰ ਵੀ ਜਿਹੜੇ ਵੱਖ-ਵੱਖ ਥਾਵਾਂ ਤੋਂ ਜਿਹੜਾ ਪ੍ਰੋਗਰਾਮ ਦਿੰਦੇ ਆ ਜਦੋਂ ਵੀ ਕੋਈ ਇਸ਼ੂ ਹੁੰਦਾ। ਇਹਦੇ ਬਾਰੇ ਤੁਸੀਂ ਸਿੱਖ ਚੈਨਲ ਲਈ ਹੋਰ ਸੁਝਾਅ ਕੀ ਦੇਣਾ ਚਾਹੁੰਦੇ ਹੋ? ਵੈਲ ਮੇਰਾ ਖਿਆਲ ਥੋੜੀ ਜਿਹੀ ਇੰਗਲਿਸ਼ ਦੇ ਵਿੱਚ ਵੀ ਹੋਰ ਪ੍ਰੋਗਰਾਮ ਕਰ ਲਓ ਕਰਕੇ। ਮੇਰਾ ਖਿਆਲ ਜਿਹੜੇ ਯੰਗਸਟਰਸ ਨਾ ਉਹ ਕਿਤੇ ਕਿਤੇ ਆਪਣਾ ਜਿੱਦਾਂ ਹਿੱਸਾ ਨਹੀਂ ਪਾਉਂਦੇ ਸਿੱਖ ਚੈਨਲ ਦੇ ਵਿੱਚ, ਡਾਇਰੈਕਟ ਡੈਬਿਟ ਭਰਦੇ ਨਹੀਂ ਕਰਕੇ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਸਮਝ ਆ ਜਾਂਦੀ ਹੈ ਹਨਾ। ਜਿੱਦਾਂ ਹੁਣ ਮੈਂ ਵੀ ਜੇ ਸੱਚ ਦੱਸੇ ਮੇਰੀ ਪੰਜਾਬੀ ਸਾਰਿਆਂ ਨੂੰ ਸੁਣਦੀ ਇੰਨੀ ਵਧੀਆ ਨਹੀਂ, ਹਾਂਜੀ, ਉੱਦਾਂ ਸਾਡੇ ਜਿਹੜੀ ਸ਼ਰਧਾ ਭਾਵਨਾ ਉਹ ਤਾਂ ਹੈਗੀ ਨਾ। ਤੇ ਉਹਦਾ ਜਿਹੜਾ ਸਿੱਖ ਚੈਨਲ ਕਰਦੇ ਜਿੰਨਾ ਚਿਰ ਜਿੱਦਾਂ 3 ਸਾਲ ਹੋ ਗਏ ਮੈਂ ਘਰੇ ਬੈਠਾ ਹੁੰਦਾ ਤੇ ਏਦਾਂ ਨਹੀਂ ਜਿੱਦਾਂ ਜਿਹੜੀਆਂ ਗੱਲਾਂ ਅਸੀਂ ਕਰਦੇ ਕੋਈ ਵੀ ਸਿੱਖ ਹੋ ਸਕਦੇ ਜਦੋਂ ਇੱਥੇ ਬੈਠਾ ਹੁੰਦਾ ਨਾ ਤੇ ਕਿਤੇ ਕਿਤੇ ਏਦਾਂ ਦੀਆਂ ਗੱਲਾਂ ਕਰਦੇ ਨਾ ਮੈਂ ਕਹਿੰਦਾ ਧੰਨਵਾਦ ਸਿੱਖ ਚੈਨਲ ਦਾ, ਹਾਂਜੀ, ਬੇਹੋਂਦ ਵਿੱਚ ਆਇਆ ਕਰਕੇ। ਸਿੱਖ ਚੈਨਲ ਤੋਂ ਪਹਿਲੋਂ ਹਨਾ ਕਿਸੇ ਨੂੰ ਨਹੀਂ ਕੁਝ ਪਤਾ ਸੀ। ਹਜੇ ਵੀ ਮੈਂ ਸੁਣਿਆ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕਿੰਨਿਆਂ ਨੂੰ ਹਜੇ ਵੀ ਨਹੀਂ ਪਤਾ ਨਹੀਂ ਕੀ ਹੋ ਰਿਹਾ ਤੇ ਅਸੀਂ ਇੱਥੇ ਬਾਹਰ ਬੈਠੇ ਸਾਨੂੰ ਪਤਾ ਆ। ਹਾਂ, ਤੇ ਇਹ ਜਿੱਦਾਂ ਹੁਣ ਤੁਸੀਂ ਆਨੰਦ ਕਾਰਜ ਐਕਟ ਬਾਰੇ ਤੁਸੀਂ ਜਥੇਬੰਦੀ ਨਾਲ ਵੀ ਸੰਬੰਧਿਤ ਆ ਇੰਟਰਨੈਸ਼ਨਲ ਪੰਥਕ ਦਲ ਨਾਲ, ਇਹਦੇ ਲਈ ਤੁਸੀਂ ਕੀ ਉਪਰਾਲੇ ਕਰ ਰਹੇ? ਹਾਂਜੀ, ਵੈਲ ਪਹਿਲੋਂ ਤਾਂ ਅਸੀਂ ਆਪਣੀ ਵੈਬਸਾਈਟ ਤੇ ਤਾਂ ਪਹਿਲੋਂ ਹੀ ਰਿਪੋਰਟ ਕੀਤਾ ਸੀ ਜਦੋਂ ਉਹਨਾਂ ਨੇ ਕਿਹਾ ਸੀ ਅਸੀਂ ਪਾਰਲੀਮੈਂਟ ਦੇ ਵਿੱਚ ਹਜੇ ਪਾਸ ਕਰਨਾ ਹੈ। ਫਿਰ ਅਸੀਂ ਸਾਰਿਆਂ ਨੂੰ ਇਨ ਟੱਚ ਰੱਖਦੇ ਆ, ਫੇਸਬੁੱਕ ਤੇ ਵੀ ਇਨ ਟੱਚ ਰੱਖਦੇ ਆ, ਸਿੱਖ ਚੈਨਲ ਦੇ ਰਾਹੀਂ ਸਾਰਿਆਂ ਨੂੰ ਇਨ ਟੱਚ ਰੱਖਦੇ ਆ ਨਾ। ਜਿੱਦਾਂ ਅਸੀਂ ਏਦਾਂ ਨਹੀਂ ਕਹਿੰਦੇ ਅਸੀਂ ਇਕੱਲੇ ਕਰਦੇ ਆ, ਅਸੀਂ ਸਾਰਿਆਂ ਨਾਲ ਕੰਮ ਕਰਕੇ ਰਲ ਕੇ ਸਿੱਖ ਅਵੇਅਰਨੈਸ ਸੁਸਾਇਟੀ ਨਾਲ ਵੀ ਅਸੀਂ ਕੰਮ ਕਰਦੇ ਆ। ਸੋ ਰੀਲੀ ਅਸੀਂ ਰਲ ਕੇ ਕੰਮ ਕਰਦੇ ਆ। ਬਟ ਇੰਡੀਆ ਦੇ ਵਿੱਚ ਵੀ ਜਿੱਦਾਂ ਕਰਕੇ ਆਪਣੀ ਕਨੈਕਸ਼ਨ ਉੱਥੇ ਹੈਗੀ ਆ, ਠੀਕ ਹੈ, ਤੇ ਪੋਲੀਟੀਕਲ ਕਨੈਕਸ਼ਨ ਵੀ ਹੈਗੀ ਆ, ਠੀਕ ਹੈ। ਫਿਰ ਜਿਹੜਾ ਕੁਛ ਅਸੀਂ ਇੱਥੇ ਵੀ ਕਰਦੇ ਆ ਅਸੀਂ ਉਹਨਾਂ ਨੂੰ ਦੱਸ ਸਕਦੇ ਆ ਤੇ ਜਿਹੜਾ ਪੰਜਾਬ 'ਚ ਵੀ ਹੋ ਰਿਹਾ ਉਹ ਵੀ ਸਾਨੂੰ ਦੱਸਦੇ ਆ ਕੀ ਹੁੰਦਾ ਆ ਕਰਕੇ। ਕਿਤੇ ਕਿਤੇ ਉੱਥੇ ਜਿਹੜਾ ਮੀਡੀਆ ਸਾਨੂੰ ਪਤਾ ਉੱਥੇ ਕੰਟਰੋਲ ਜ਼ਿਆਦੇ ਆ, ਠੀਕ ਹੈ। ਫਿਰ ਜੇ ਉਹਨਾਂ ਦੇ ਜਿੱਦਾਂ ਉਹਨਾਂ ਦਾ ਵੌਇਸ ਉੱਥੋਂ ਨਿਕਲਦਾ ਨਹੀਂ ਉਹ ਸਾਨੂੰ ਦੱਸ ਸਕਦੇ, ਅਸੀਂ ਸਿੱਖ ਚੈਨਲ ਰਾਹੀਂ ਸਾਰੀ ਦੁਨੀਆ ਨੂੰ ਦੱਸ ਸਕਦੇ ਤੇ ਦੱਸਣਾ ਹੀ ਅਸੀਂ ਸੱਚ ਹੀ ਆ, ਠੀਕ ਹੈ। ਏਦਾਂ ਵੀ ਨਹੀਂ ਜਿਹੜੀ ਚੀਜ਼ ਅਸੀਂ ਦੱਸਣੀ ਉਹ ਚੰਗੀ ਲੱਗੂਗੀ ਉਹਨਾਂ ਦੱਸਣਾ ਜਿੰਨਾ ਤੁਸੀਂ ਕਰਦੇ ਆ, ਹਾਂਜੀ, ਜਿੰਨਾ ਕਰਦੇ ਆ ਉਹਦਾ ਜਿਹੜਾ ਕੁਝ ਹੋ ਰਿਹਾ ਜਾਂ ਚੰਗਾ ਹੋਵੇ ਜਾਂ ਮਾੜਾ ਹੋਵੇ ਅਸੀਂ ਉਹ ਦੱਸਣਾ ਹੀ ਆ। ਹਾਂਜੀ, ਭਾਈ ਮਲਕੀਤ ਸਿੰਘ ਜੀ, ਤੁਸੀਂ ਜਿੱਦਾਂ ਸਿੱਖ ਚੈਨਲ ਦੇ ਬਾਰੇ ਤੁਸੀਂ ਪਹਿਲਾਂ ਗੱਲ ਕਰਦੇ ਸੀ ਬਈ ਸਾਨੂੰ ਬਹੁਤ ਹੁਣ ਪਤਾ ਲੱਗ ਗਿਆ, ਪਹਿਲਾਂ ਨਹੀਂ ਸੀ ਇੰਨਾ ਪਤਾ, ਕੀ ਕਹਿਣਾ ਚਾਹੁੰਦੇ ਆ? ਹਾਂਜੀ, ਇਹ ਸਿੱਖ ਚੈਨਲ ਨੇ ਬਹੁਤ ਅਵੇਅਰਨੈਸ ਲਿਆਂਦੀ ਆ। ਜਿੱਦਾਂ ਹੁਣ ਭਾਈ ਰਾਜੋਆਣਾ ਦਾ ਸੀ, ਠੀਕ ਹੈ, ਇੱਥੇ ਅਸੀਂ ਤਾਂ ਉਸ ਦਿਨ ਡੈਮੋਨਸਟ੍ਰੇਸ਼ਨ ਕਰਨ ਚੱਲੇ ਸੀਗੇ ਲੰਡਨ, ਹਾਂ, ਤੇ ਉਧਰੋਂ ਅਸੀਂ ਇੰਡੀਆ 'ਚ ਪਹਿਲਾਂ ਘਰ ਨੇ ਟੈਲੀਫੋਨ ਕੀਤਾ, ਉਹਨਾਂ ਨੂੰ ਕੋਈ ਪਤਾ ਨਹੀਂ ਸੀ, ਠੀਕ ਹੈ, ਵੀ ਇੱਥੇ ਕੋਈ ਗੱਲ ਹੋ ਰਹੀ ਆ, ਠੀਕ ਹੈ। ਤੇ ਇਸ ਨੇ ਇੱਥੋਂ ਖਬਰਾਂ ਜਾ ਕੇ ਸਿੱਖ ਚੈਨਲ ਦੇ ਰਾਹੀਂ ਉੱਥੇ ਲੋਕਾਂ ਨੂੰ ਪਤਾ ਲੱਗਿਆ ਤੇ ਫਿਰ ਉੱਥੇ ਦਾ ਮੀਡੀਆ ਵੀ ਇਸ ਗੱਲ ਨੂੰ ਚੱਕਣ ਲੱਗ ਪਿਆ ਤੇ ਇਸ ਕਰਕੇ ਸਿੱਖ ਚੈਨਲ ਬਹੁਤ ਸ਼ਲਾਘਾਯੋਗ ਕੰਮ ਕਰ ਰਿਹਾ, ਠੀਕ ਹੈ। ਤੇ ਇਹਨੇ ਲੋਕਾਂ ਵਿੱਚ ਅਵੇਅਰਨੈਸ ਲਿਆ ਰਿਹਾ ਸਿੱਖੀ ਬਾਰੇ, ਜੋ ਕਿ ਸਾਨੂੰ ਵੀ ਉਤਸ਼ਾਹਿਤ ਕਰ ਰਿਹਾ ਕਿ
ਤੇ ਜਿੱਦਾਂ ਤੁਸੀਂ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਆਨੰਦ ਕਾਰਜ ਐਕਟ ਬਾਰੇ? ਆਨੰਦ ਕਾਰਜ ਐਕਟ ਬਣਨਾ ਚਾਹੀਦਾ, ਇਦਾਂ ਨਾ ਹੋਵੇ ਕਿ ਅਸੀਂ ਜ਼ਿਆਦਾ ਐਕਸਾਈਟਡ ਹੋ ਜਾਈਏ। ਹਾਂ, ਇਹ ਗਵਰਨਮੈਂਟ ਪਾਰਲੀਮੈਂਟ 'ਚ ਲਿਆਵੇ ਨਾ, ਸੋ ਇਸ ਲਈ ਸਾਨੂੰ ਪ੍ਰੈਸ਼ਰ ਬਣਾਈ ਰੱਖਣਾ ਚਾਹੀਦਾ ਤਾਂ ਕਿ ਸਿੱਖ ਮੈਰਿਜ ਆਨੰਦ ਐਕਟ ਛੇਤੀ ਤੋਂ ਛੇਤੀ ਬਣਾਇਆ ਜਾਵੇ, ਜਿਹਦੇ ਨਾਲ ਸਿੱਖਾਂ ਦੀ ਵੱਖਰੀ ਪਹਿਚਾਣ, ਵੱਖਰੀ ਕੌਮ ਬਣਦੀ। ਹਾਂਜੀ ਭਾਈ ਕੁਲਦੀਪ ਸਿੰਘ ਜੀ, ਤੁਸੀਂ ਲਾਸਟ ਦੇ ਵਿੱਚ, ਕਿਉਂਕਿ ਸਮਾਂ ਆਪਣੇ ਕੋਲ ਸਮਾਪਤ ਹੀ ਆ, ਤੁਸੀਂ ਲਾਸਟ ਦੇ ਵਿੱਚ ਸੰਗਤਾਂ ਨੂੰ, ਪੀਪਲ ਨੂੰ ਜਿੱਦਾਂ ਕੀ ਕਹਿਣਾ ਚਾਹੁੰਦੇ ਆ? English. I would say basically keep an eye on this issue, because it's not just the Indian government, as in if we don't raise our voice, if they think we're not particularly bothered, they're going to gauge the situation. If they know we're all bothered and it's something we absolutely want, they'll have to do it right. But we've all got to do our bit. And finally, I would just like to say, as I always say, support the Sikh channel. If you're sitting at home now, if you're sitting there as a family and you're watching it, and you may not have thought what I've said was very impressive, but the other speakers you've heard, you may have thought that was brilliant. Talk to each other now, look at each other now, make a decision. Let's contribute to the Sikh channel. You can pay directly into their bank account, you can set up a direct debit form, but just do it, because sometimes you're always thinking, I'll do it next week, I'll do it Monday, but just do it now, because these things are going to happen through the media, and so much progress has been made in the last 3 years. If you really have a look at how much has been done compared to the previous 27, it's an amazing difference. So with your support, that ball can just roll on and roll quicker. So that's all I'd really like to say. ਹਾਂਜੀ, ਇਹ ਸਨ ਭਾਈ ਕੁਲਦੀਪ ਸਿੰਘ ਜੀ ਅਤੇ ਭਾਈ ਮਲਕੀਤ ਸਿੰਘ ਜੀ, ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਜੋ ਆਨੰਦ ਕਾਰਜ ਐਕਟ ਦੇ ਬਾਰੇ ਤੇ ਸਿੱਖ ਚੈਨਲ ਬਾਰੇ ਜੋ ਤੁਹਾਨੂੰ ਅਪੀਲ ਕੀਤੀ ਹੈ। ਪ੍ਰੋਗਰਾਮ ਦੀ ਸਮਾਪਤੀ ਆ। ਪ੍ਰੋਗਰਾਮ ਦਿੰਦਿਆਂ ਕੋਈ ਗਲਤੀ ਹੋ ਗਈ ਆਪ ਜੀ ਨੇ ਮਾਫ ਕਰਨੀ। ਬਾਕੀ ਅਸੀਂ ਇਹੀ ਕਹਾਂਗੇ ਸਿੱਖ ਚੈਨਲ ਵੱਲੋਂ ਵੀ, ਦਾਸ ਆਪਣੇ ਵੱਲੋਂ ਵੀ, ਕਿ ਆਪਾਂ ਨਜ਼ਰ ਜ਼ਰੂਰ ਰੱਖੀਏ, ਪ੍ਰੈਸ਼ਰ ਬਣਾਈ ਰੱਖੀਏ। ਜਿੱਥੇ ਜਿੱਥੇ ਸਾਡਾ ਪੋਲੀਟੀਕਲ ਜ਼ੋਰ ਪੈਂਦਾ, ਧਾਰਮਿਕ ਤੌਰ 'ਤੇ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਉਹਨਾਂ ਨੂੰ ਲੈ ਕੇ ਜ਼ੋਰ ਪਾਓ। ਉਹਨਾਂ ਨੂੰ ਟੈਲੀਫੋਨ 'ਤੇ ਕਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਾਂ ਤੁਹਾਡੇ ਪਾਰਲੀਮੈਂਟਰੀ ਮੈਂਬਰ ਜਿਹੜੇ ਪੰਜਾਬ ਦੇ ਵਿੱਚੋਂ ਸੈਂਟਰ ਦੇ ਵਿੱਚ ਗਏ ਹਨ, ਉਹਨਾਂ 'ਤੇ ਪ੍ਰੈਸ਼ਰ ਬਣਾਓ, ਤਾਂ ਜੋ ਇਹ ਐਕਟ ਆ ਇੱਕ ਵੱਖਰਾ ਐਕਟ ਸਿੱਖਾਂ ਦਾ, ਸਿੱਖ ਆਨੰਦ ਕਾਰਜ ਐਕਟ ਜਿਹੜਾ ਮੈਰਿਜ ਐਕਟ ਬਣੇ, ਉਹਦੇ ਲਈ ਆਪਾਂ ਜਦੋਜਹਿਦ ਕਰੀਏ। ਸੋ ਪ੍ਰੋਗਰਾਮ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।